ਇੱਥੇ ਹੀ ਦੂਸਰੀ ਸਾਈਡ ਤੇ ਇੱਕ ਤਲਾਬ ਬਣਿਆ ਹੋਇਆ ਹੈ ਤੇ ਜਿਸ ਦੇ ਪਾਣੀ ਉੱਪਰ ਹਰੇ ਬੂਰ ਦੇ ਜਾਲੇ ਦੀ ਤਹਿ ਵਿਛੀ ਹੋਈ ਹੈ। ਇੰਜ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਇਸ ਤਲਾਬ ਦਾ ਪਾਣੀ ਬਹੁਤ ਹੀ ਘੱਟ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਤੇ ਨਾ ਹੀ ਇਸ ਦੇ ਪਾਣੀ ਦੀ ਅਦਲਾ ਬਦਲੀ ਹੀ ਕੀਤੀ ਜਾਂਦੀ ਹੈ। ਪ੍ਰੀਕਸ਼ਿਤ ਨੇ ਖੜੇ ਹੋ ਕੇ ਇੱਕ ਸੁਰ 'ਚ ਆਵਾਜ਼ ਮਾਰੀ, ਪੰਡਿਤ ਜੀ। ਪਰ ਅੱਗੋਂ ਕੋਈ ਉੱਤਰ ਨਾ ਮਿਲਿਆ। ਉਸਨੇ ਫੇਰ ਲਗਾਤਾਰ 3-4 ਆਵਾਜ਼ਾਂ ਮਾਰੀਆਂ ਤੇ ਨਾਲ दरवाज़ा भी खड़काया। कौन है भाई, तुम्हें क्या लेना है? यहाँ से क्यों दरवाज़ा तोड़ रहे हो? अंदरों एक गोल मटोल ਜਿਹੇ पंडित ने दरवाजे वाल आउंदे हुए ने कहा। उसने गल मोटे खद्दर दा गोल गलमे वाला कुर्ता पाया है सी ते तेड़ खद्दर दी एक जरा को पतली धोती भी बन्नी हुई सी ते पैरी खड़ावां पाईयां होईयां सन। ਜਿਉਂ ਹੀ ਉਹਨਾਂ ਦੀ ਆਮਣੇ ਸਾਹਮਣੇ ਭੇਟ ਹੋਈ ਤਾਂ ਪ੍ਰੀਕਸ਼ਿਤ ਹੋਰਾਂ ਨੂੰ ਝੁਕ ਕੇ ਉਸਨੇ ਨਮਸਕਾਰ ਕੀਤੀ। ਨਮਸਕਾਰ ਪੰਡਿਤ ਜੀ, ਆਓ ਭਾਈ, ਕਿਸਸੇ ਮਿਲਣਾ ਹੈ? ਸਾਹਮਣੇ ਖੜਾ ਪ੍ਰੀਕਸ਼ਿਤ ਪੰਡਿਤ ਨੂੰ ਕੋਕ ਰਿਹਾ ਸੀ। ਇਹ ਮੰਦਰਾਂ ਵਿੱਚ ਰਹਿਣ ਵਾਲੇ ਲੋਕ ਇੰਨੇ ਰੁੱਖੇ ਸੁਭਾਅ ਦੇ ਕਿਉਂ ਹੁੰਦੇ ਹਨ? ਪਰ ਉਸਨੇ ਆਪਣੇ ਆਪ ਨੂੰ ਜਰਾ ਸੰਜਮ 'ਚ ਰੱਖਦੇ ਹੋਏ ਬੜੀ ਨਿਮਰਤਾ ਨਾਲ ਆਖਿਆ, मैं आपके यहाँ कुछ दिनों के लिए रहने आया हूँ, क्या आप मुझे रहने देंगे? नौकरी की तलाश में हूँ, जब नौकरी मिल जाएगी तो चला जाऊँगा। ਪ੍ਰੀਕਸ਼ਿਤ ਦੀ ਇਹ ਗੱਲ ਸੁਣ ਕੇ ਪੰਡਿਤ ਕੁਝ ਗੰਭੀਰ ਜਿਹਾ ਹੋ ਗਿਆ। ਉਸਨੂੰ ਆਪਣਾ ਵਕਤ ਯਾਦ ਆ ਗਿਆ ਜਦੋਂ ਉਸਨੇ ਪ੍ਰੀਕਸ਼ਿਤ ਵਾਂਗ ਇਸੇ ਮੰਦਰ ਵਿੱਚ ਪਨਾਹ ਮੰਗੀ ਸੀ। ਪਰ ਉਦੋਂ ਪੰਡਿਤ ਉਮਰ ਵਿੱਚ ਬੜਾ ਛੋਟਾ ਹੁੰਦਾ ਸੀ। ਕਹਾਂ ਸੇ ਆਏ ਹੋ ਤੁਮ? ਪੰਡਿਤ ਨੇ ਫਿਰ ਉਸੇ ਲਹਿਜੇ ਵਿੱਚ ਪੁੱਛਿਆ। मैं जलंधर से आया हूँ, इस शहर में मेरा कोई भी नहीं वाकिफ, जेब से भी खाली हूँ। अगर आप मुझ पर ये उपकार कर दें तो मैं आपका उम्र भर एहसान नहीं भूलूँगा। ਪ੍ਰੀਕਸ਼ਿਤ ਹਲਾ ਗੱਲਾਂ ਕਰਕੇ ਚੁੱਪ ਹੀ ਕੀਤਾ ਸੀ ਕਿ ਪੰਡਿਤ ਹੋਰਾਂ ਨੇ ਉਸ 'ਤੇ ਇੱਕ ਹੋਰ ਸਵਾਲ ਕੀਤਾ, ਤੋ ਤੁਮ ਜਾਤ ਕੇ ਕੌਣ ਹੋ? ਪੰਡਿਤ ਦੀ ਇਹ ਗੱਲ ਸੁਣ ਕੇ ਪ੍ਰੀਕਸ਼ਿਤ ਪਰੇਸ਼ਾਨ ਨਹੀਂ ਸੀ ਹੋਇਆ, ਕਿਉਂਕਿ ਉਸ ਦੀ ਜਾਤ ਨੀਵੀਂ ਨਹੀਂ ਸੀ। ਜੇ ਹੁੰਦੀ ਤਾਂ ਆਖਿਰ ਤੇ ਉਹ ਇਨਸਾਨ ਹੀ ਸੀ। ਉਂਝ ਵੀ ਪ੍ਰੀਕਸ਼ਿਤ ਬੜਾ ਫਰਾਕ ਦਿਲ ਨੌਜਵਾਨ ਸੀ। ਉਹ ਜਾਤ ਪਾਤ ਤਾਂ ਅਸਲੋਂ ਹੀ ਨਹੀਂ ਸੀ ਮੰਨਦਾ। ਉਹ ਸੋਚਦਾ ਸੀ ਕਿ ਇਹ ਸਭ ਆਦਮੀ ਦੇ ਬਣਾਏ ਹੋਏ ਪਖੰਡ ਹਨ ਤੇ ਫਿਰ ਜਾਣ ਬੁੱਝ ਕੇ ਉਹ ਇਹਨਾਂ ਵਹਿਮਾਂ ਭਰਮਾਂ ਦੇ ਪਖੰਡਾਂ ਵਿੱਚ ਕਿਉਂ ਫਸੇ। जात का तो मैं खत्री हूँ पंडित जी, मगर जात पात को नहीं मानता हूँ। आ सारी मनुष्य जाति से मुझे प्यार है। मेरी नज़र में तो हर इंसान भगवान का रूप है। मैं तो बस इसी महावाक को मानता हूँ, मानस की जात सब एक ही पहचान वो। ਪ੍ਰੀਕਸ਼ਿਤ ਦੀਆਂ ਇਹ ਗੱਲਾਂ ਸੁਣ ਕੇ ਪੰਡਿਤ ਚਿੜ ਜਿਹਾ ਗਿਆ ਤੇ ਉਸਨੇ ਗੁੱਸੇ ਵਿੱਚ ਹੀ ਪ੍ਰੀਕਸ਼ਿਤ ਨੂੰ ਕਿਹਾ, मुझे लंबे चौड़े भाषण और ज्ञान की ज़रूरत नहीं है। तुम्हें एक बार फिर पूछता हूँ कि तुम सचमुच ही खत्री हो या किसी और जाति के हो? इस बार पंडित ने ਪ੍ਰੀਕਸ਼ਿਤ ਦੇ ਚਿਹਰੇ ਵੱਲ ਬੜੇ ਗੌਰ ਨਾਲ ਦੇਖਿਆ। ਉਸ ਦਾ ਖਿਆਲ ਸੀ ਕਿ ਜੇਕਰ ਉਹ ਝੂਠਾ ਹੋਇਆ ਤਾਂ ਉਹ ਪੈਰਾਂ ਤੋਂ ਖਿਸਕ ਜਾਵੇਗਾ ਤੇ ਨਜ਼ਰਾਂ ਝੁਕ ਜਾਵੇਗਾ, ਕਿਉਂਕਿ ਝੂਠੇ ਮਨੁੱਖ ਦੇ ਪੈਰ ਨਹੀਂ ਹੁੰਦੇ। ਪਰ ਪੰਡਿਤ ਨੇ ਦੇਖਿਆ ਕਿ ਪ੍ਰੀਕਸ਼ਿਤ ਦੀਆਂ ਅੱਖਾਂ ਵਿੱਚ ਚਮਕ ਸੀ ਤੇ ਉਹ ਥੋੜਾ ਥੋੜਾ ਮੁਸਕਰਾ ਰਿਹਾ ਸੀ ਤੇ ਉਸਨੇ ਬੜੀ ਗੰਭੀਰਤਾ 'ਚ ਕਿਹਾ, पंडित जी, मैं आपके सामने झूठ नहीं बोल रहा हूँ। ये बिल्कुल सच है कि मैं खत्री हूँ, मगर इस वक्त खत्री होने का सर्टिफिकेट पेश नहीं कर सकता हूँ। इस वक्त तो आपके सामने एक प्रीक्षित खन्ना के रूप में खड़ा है। आप जो चाहे कर सकते हैं, रख सकते हैं ਜਾਂ ਇੰਜ ਮਹਿਸੂਸ ਹੋਇਆ ਜਿਵੇਂ ਪੰਡਿਤ ਦਾ ਸ਼ੰਕਾ ਖਤਮ ਹੋ ਗਿਆ ਸੀ ਤੇ ਉਹ ਕਾफ़ी ਨਰਮੀ 'ਚ ਬੋਲਿਆ, भाई तुमको मेरी बात बुरी लगी होगी, मगर आजकल बहुत सारे लोग ऐसे भी हैं जो अपनी जात ऊंची बताकर ऊंची जात वाले लोगों का धर्म भ्रष्ट करते फिरते। आपकी बात ठीक है पंडित जी, मगर आजकल कौन विचार करता है इन बातों की? मुझे अफसोस है कि आप ज़माने से एक युग पीछे फिर रहे हैं। वक्त के साथ सब को बदल जाना चाहिए। ਇਹ ਗੱਲ ਕਹਿਣ ਤੋਂ ਪਹਿਲਾਂ ਪ੍ਰੀਕਸ਼ਿਤ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਪੰਡਿਤ ਨਾਰਾਜ਼ ਵੀ ਹੋ ਸਕਦਾ ਹੈ, ਪਰ ਉਸਨੇ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਸੀ ਕਿ ਨਹੀਂ ਰੱਖੇਗਾ ਤਾਂ ਨਾ ਰੱਖੇ, ਪਰ ਇਸ ਨੂੰ ਮੱਤ ਦਿੱਤੀ ਜਾਵੇ ਕਿ ਅਜੇ ਤੱਕ ਵੀ ਮਨੁੱਖਤਾ ਨਾਲ ਨਫ਼ਰਤ ਕਿਉਂ ਕਰ ਰਿਹਾ ਹੈ।
ਪਰ ਪ੍ਰੀਕਸ਼ਿਤ ਦੀ ਗੱਲ ਦਾ ਪ੍ਰਤੀਕਰਮ ਕੁਝ ਹੋਰ ਹੀ ਹੋਇਆ। ਐਤਕੀ ਪੰਡਤ ਨਾ ਤਾਂ ਗੁੱਸੇ ਦੇ ਮੂਡ 'ਚ ਸੀ ਤੇ ਨਾ ਹੀ ਉਹ ਪਹਿਲਾਂ ਵਾਂ खिंचा ਸੀ। उसने एक शिकायत ही की थी, मुझे इस बात की समझ नहीं आ रही कि तुम खत्री होते हुए भी नीची जाति वालों का पक्ष क्यों ले रहे हो। पंडित दी ये गल सुन के परीक्षित हंस पिया। आप सिर्फ मेरी एक बात का जवाब दो, गुरु नानक, महात्मा गांधी और पंडित जवाहरलाल इन लोगों का पक्ष क्यों लिया था? क्या वो नीची जाति से संबंध रखते थे? नहीं, पंडित ने लाजवाब होंदे हुए ने कहा। तो फिर पक्ष क्यों लेते थे? इसलिए कि सदियों से मनुष्यता के साथ जो बुरा व्यवहार हो रहा है वो ख़त्म हो जाए और उन लोगों को भी पूरी आज़ादी से जीने का अधिकार दिया जाए। क्या ये सब गलत था? वो गलत थे या फिर वो गलत कर रहे थे? पंडित लाजवाब सी ते चुपचाप खड़ा हैरान ਪ੍ਰੀਕਸ਼ਿਤ ਦੇ ਮੂੰਹ ਵੱਲ ਦੇਖੀ ਜਾ ਰਿਹਾ। ਵਾਤਾਵਰਨ ਕੁਝ ਤਲਖ ਜਿਹਾ ਹੋ ਗਿਆ ਸੀ ਤੇ ਅਜਿਹੇ ਵਕਤ ਵਿੱਚ ਪ੍ਰੀਕਸ਼ਿਤ ਦਾ ਉੱਥੇ ਟਿਕਣਾ ਅਸੰਭਵ ਜਿਹਾ ਹੋ ਗਿਆ ਸੀ। ਪ੍ਰੀਕਸ਼ਿਤ ਸੋਚ ਰਿਹਾ ਸੀ, ਇਹ ਲੋਕਾਂ ਦਾ ਕਮਾਇਆ ਹੋਇਆ ਖਾਣ ਵਾਲੇ ਇੰਨੇ ਤੰਗ ਦਿਲੇ ਕਿਉਂ ਹਨ? ਮੁਝੇ ਇਜਾਜ਼ਤ ਹੈ ਜਾਂ? ਪ੍ਰੀਕਸ਼ਿਤ ਨੇ ਪੰਡਿਤ ਨੂੰ ਪੁੱਛਿਆ। ਹਾਂ, ਆ ਜਾਓ, ਕੋਈ ਬਾਤ ਨਹੀਂ ਹੈ, ਪੰਡਿਤ ਨੇ ਕਿਹਾ। ਪਰ ਪ੍ਰੀਕਸ਼ਿਤ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਇਹਨਾਂ ਤੰਗ ਦਿਲਾ ਪੰਡਿਤ ਆਸਾਨੀ ਨਾਲ ਇਹ ਕੌੜੀਆਂ ਗੱਲਾਂ ਹਜ਼ਮ ਕਰ ਲਵੇਗਾ। ਉਹ ਮੰਦਰ ਦਾ ਛੋਟਾ ਦਰਵਾਜ਼ਾ ਲੰਘ ਕੇ ਵਿਹੜੇ ਵਿੱਚ ਚਲੇ ਗਏ। ਚੌਗਿਰਦਾ ਬੜਾ ਵਿਸ਼ਾਲ ਸੀ। 4 ਚੁਫੇਰੇ ਕਮਰੇ ਤੇ ਵਰਾਂਡੇ ਸਨ। ਸਾਹਮਣੇ ਇੱਕ ਬੜਾ ਖੂਬਸੂਰਤ ਮੰਦਰ ਸੀ ਜਿਸ ਵਿੱਚ ਭਗਵਾਨ ਕ੍ਰਿਸ਼ਨ ਤੇ ਰਾਧਿਕਾ ਦੀਆਂ ਬੜੀਆਂ ਸੁੰਦਰ ਮੂਰਤੀਆਂ ਰੱਖੀਆਂ ਹੋਈਆਂ ਸਨ। ਮੰਦਰ ਦੇ ਬਾਹਰ 5-7 ਕਦਮ ਪਿਛਾਂਹ ਹੀ ਆਪਣੇ ਬੂਟ ਉਤਾਰ ਦਿੱਤੇ ਸਨ ਤੇ ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਮੱਥਾ ਟੇਕਦਿਆਂ ਹੋਇਆ ਕਿਹਾ ਕਿ ਭਗਵਾਨ ਮੇਰੇ ਵੀ ਸੰਕਟ ਦੂਰ ਕਰੋ, ਮੇਰੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰੋ। ਮੈਂ ਤਾਂ ਆਪ ਕੋਲੋਂ ਹੀ ਸਭ ਕੁਝ ਮੰਗਣਾ ਹੈ। ਜੇ ਤੁਸੀਂ ਨਹੀਂ ਦੇਵੋਗੇ ਤਾਂ ਹੋਰ ਕੌਣ ਦੇਵੇਗਾ? ਤੁਹਾਡੇ ਸਿਵਾ ਦੁਨੀਆ ਵਿੱਚ ਹੋਰ ਕੌਣ ਹੈ ਮੇਰਾ ਜੋ ਮੈਨੂੰ ਦੇਵੇ?